हाँ जी। वाहिगुरू जी का खालसा वाहिगुरू जी की फतेह। आज की गुरमत क्लास ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਆਖਦੇ ਹਾਂ ਜੀ। ਗੁਰੂ ਰਾਮਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਜਾਗੜੇ ਦੀ ਵਾਰ ਮਹੀਨਾ ਚੌਥਾ ਬੜੀ ਵਾਰ ਵਿਚਾਰ ਕਰਦੇ ਹਾਂ। ਅਸੀਂ 6 ਪੌੜੀਆਂ ਦੇ ਵਿਚਾਰ ਕਰ ਚੁੱਕੇ ਹਾਂ। ਅੱਜ 7ਵੀਂ ਪੌੜੀ ਅਤੇ ਇਸ ਦੇ ਨਾਲ ਦੇ ਸ਼ਲੋਕਾਂ ਦੇ ਵਿਚਾਰ ਆਪਦੇ ਨਾਲ ਸਾਂਝੀ ਕਰਾਂਗੇ। ਉਹ ਪਹਿਲਾਂ 7ਵੀਂ ਪੌੜੀ ਦਾ ਜੋ ਪਹਿਲਾ ਸ਼ਲੋਕ ਹੈ ਉਸ ਦਾ ਪਾਠ ਕਰ ਲੈਂਦੇ ਹਾਂ। ਸ਼ਲੋਕ ਮਹਿਲਾ ਤੀਜਾ। परम धर्म सब बंधना आप पुन संबंध ममता मोह सुबंधना पुत्र कलतर सुतंद या देखा ता जेवरी माया का संबंध नानक सच्चे नाम बिन वर्तन वर्तै अंध। ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਜਗਤ ਦੇ ਵਿੱਚ ਮਾਇਆ ਦੇ ਪਸਾਰੇ ਦੀ ਗੱਲ ਨੂੰ ਸਪਸ਼ਟ ਕਰਦਾ ਹੈ। ਗੁਰਬਾਣੀ ਵਿੱਚ ਇਹ ਗੱਲ ਅਨੇਕਾਂ ਥਾਵਾਂ ਤੇ ਸਮਝਾਈ ਗਈ ਹੈ ਕਿ ਇਨਸਾਨ ਜਾਂ ਤੇ ਇੱਕ ਨਾਲ ਪਿਆਰ ਕਰ ਸਕਦਾ ਹੈ ਜਾਂ ਦੂਜਾ ਭਾਵ ਦੂਜਾ ਪਿਆਰ ਪਾ ਸਕਦਾ ਹੈ। ਭਾਵ ਇੱਕ ਨਾਲ ਪਿਆਰ ਤੋਂ ਭਾਵ ਹੈ ਇੱਕ ਅਕਾਲ ਪੁਰਖ ਦੇ ਨਾਲ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਕਰਤਾ ਹੈ, ਜੋ ਸਭ ਜੀਵਾਂ ਨੂੰ ਪਾਲਣ ਵਾਲਾ ਹੈ, ਜੋ ਸਰਵ ਵਿਆਪਕ ਹੈ, ਜਿਹਦੀ ਜੋਤ ਸਭ ਜੀਵਾਂ ਦੇ ਅੰਦਰ ਵਰਤ ਰਹੀ ਹੈ, ਉਸ ਦੇ ਨਾਲ ਪਿਆਰ ਪਾ ਸਕਦਾ ਹੈ। ਤੇ ਜਾਂ ਇਨਸਾਨ ਦਾ ਜੋ ਕੁਦਰਤੀ ਸੁਭਾਅ ਹੈ, ਜੋ ਜਨਮ ਤੋਂ ਉਹਦੇ ਉੱਤੇ ਮਾਇਆ ਦਾ ਪ੍ਰਭਾਵ ਪੈਂਦਾ ਹੈ, ਉਹਦਾ ਪਿਆਰ ਮਾਇਆ ਨਾਲ ਪੈ ਜਾਂਦਾ ਹੈ। ਉਸ ਨੂੰ ਦੂਜਾ ਭਾਵ ਕਰਕੇ ਵੀ ਗੁਰਬਾਣੀ ਦੇ ਅੰਦਰ ਵਰਣਨ ਕੀਤਾ ਗਿਆ ਹੈ। ਔਰ ਇੱਕ ਤੋਂ ਛੁੱਟ ਇੱਕ ਪ੍ਰਭੂ ਤੋਂ ਛੁੱਟ ਜੋ ਇੱਕ ਹੋਰ ਜਿਸ ਵੀ ਚੀਜ਼ ਨਾਲ ਕੋਈ ਪਿਆਰ ਪਾਉਂਦਾ ਹੈ, ਉਹਦੀ ਮਨ ਦੇ ਵਿੱਚ ਕਾਮਨਾ ਰੱਖਦਾ ਹੈ, ਉਹਦੇ ਨਾਲ ਮੋਹ ਪਾ ਲੈਂਦਾ ਹੈ, ਤਾਂ ਉਸ ਨੂੰ ਗੁਰਬਾਣੀ ਦੇ ਅੰਦਰ ਦੂਜਾ ਭਾਵ ਦੂਜੀ ਵਸਤੂ ਦੇ ਨਾਲ ਪਿਆਰ ਦੀ ਲਫ਼ਜ਼ ਉਹਦੇ ਵਾਸਤੇ ਵਰਤੇ ਗਏ। ਉਸੇ ਹੀ ਦੂਜੇ ਭਾਵ ਦੀ ਗੱਲ ਨੂੰ ਥੋੜਾ ਖੋਲ ਕੇ ਵਿਸਥਾਰ ਸਹਿਤ ਇਸ ਸ਼ਲੋਕ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਸਮਝਾ ਰਹੇ ਹਨ ਕਿ ਕਰਮ ਧਰਮ ਸਭ ਬੰਧਨ ਪਾਪ ਪੁੰਨ ਸੰਬੰਧ। ਕਰਮ ਤੇ ਧਰਮ, ਇਹ ਜਦੋਂ ਕਰਮ ਧਰਮ ਦੇ ਲਫ਼ਜ਼ ਦੋਨੋਂ ਇਕੱਠੇ ਆਉਂਦੇ ਹਨ ਤਾਂ ਇਹਨਾਂ ਦਾ ਭਾਵ ਹੁੰਦਾ ਹੈ ਧਾਰਮਿਕ ਕਰਮ ਕਾਂਡ। ਉਹ ਕਰਮ ਉਹ ਕੰਮ ਜਿਹੜੇ ਲੋਕ ਕਿਸੇ ਧਾਰਮਿਕ ਕਿਰਿਆ ਦੇ ਰੂਪ ਦੇ ਵਿੱਚ ਕਰਦੇ ਹਨ। ਦੁਨੀਆ ਵਿੱਚ ਆਮ ਤੌਰ ਤੇ ਜੋ ਇਨਸਾਨ ਜੋ ਵੀ ਕੰਮ ਕਰਦੇ ਹਨ ਉਹਦੇ ਪਿੱਛੇ ਕੋਈ ਮਕਸਦ ਹੁੰਦਾ ਹੈ। ਜੇ ਕੋਈ ਇਨਸਾਨ ਕਸਰਤ ਕਰਦਾ ਹੈ ਤਾਂ ਉਹਦੇ ਪਿੱਛੇ ਉਸਦੀ ਭਾਵਨਾ ਹੁੰਦੀ ਹੈ ਕਿ ਉਹਦਾ ਸਰੀਰ ਤੰਦਰੁਸਤ ਰਹੇ, ਸਰੀਰ ਦੇ ਵਿੱਚ ਤਾਕਤ ਬਣੀ ਰਹੇ, ਉਹਦੇ ਮਾਸਪੇਸ਼ੀਆਂ ਚੰਗੀਆਂ ਸੁਡੌਲ ਰਹਿਣ, ਉਹਦਾ ਸਰੀਰ ਚੰਗੀ ਤਰ੍ਹਾਂ ਨਾਲ ਕੰਮ ਕਰਨ ਦੇ ਕਾਬਿਲ ਹੋਵੇ। ਜੇ ਕੋਈ ਬੰਦਾ ਕਿਸੇ ਜਗ੍ਹਾ ਕੋਈ ਕਿਰਤ ਵਿਰਤ ਕਰਦਾ ਹੈ ਤਾਂ ਉਹਦਾ ਇਹ ਮਨਸ਼ਾ ਇਹ ਹੁੰਦਾ ਹੈ, ਉਹਦੀ ਭਾਵਨਾ ਇਹ ਹੁੰਦੀ ਹੈ ਕਿ ਉਸ ਨੂੰ ਇਸ ਮਿਹਨਤ ਕਰਨ ਦੇ ਨਾਲ ਕੁਝ ਧਨ ਦੀ ਜਾਂ ਕਿਸੇ ਪਦਾਰਥ ਦੀ ਪ੍ਰਾਪਤੀ ਹੋਵੇ ਜਿਹੜੀ ਉਹਦੇ ਜੀਵਨ ਨਿਰਵਾਹ ਦੇ ਕੰਮ ਆ ਸਕੇ। ਕੁਝ ਇੱਕ ਕਰਮ ਇਨਸਾਨ ਇਹਨਾਂ ਸਾਰੇ ਕਾਰਨਾਂ ਤੋਂ ਵੱਖਰੇ ਤੌਰ ਦੇ ਉੱਤੇ ਵੀ ਕਰਦਾ ਹੈ, ਜਿਹਦੇ ਪਿੱਛੇ ਉਹਦੀ ਭਾਵਨਾ ਹੁੰਦੀ ਹੈ ਕਿ ਇਹ ਕਰਮ ਉਹਦੇ ਧਾਰਮਿਕ ਫਰਜ਼ ਹਨ, ਜਿਨ੍ਹਾਂ ਦੇ ਪਿੱਛੇ ਉਹਦੀ ਆਮ ਤੌਰ ਤੇ ਭਾਵਨਾ ਇਹ ਹੁੰਦੀ ਹੈ ਕਿ ਮੇਰਾ ਅੱਗਾ ਸੌਰ ਜਾਵੇ, ਅੱਗਾ ਸੌਰ ਜਾਵੇ। ਇਹ ਸਨਾਤਨੀ ਮਤ ਤੋਂ ਇਹ ਪ੍ਰਭਾਵ ਸਾਡੇ ਮਨਾਂ ਦੇ ਵਿੱਚ ਬੈਠਿਆ ਹੁੰਦਾ ਹੈ ਕਿ ਧਾਰਮਿਕ ਕਰਮ ਕਰਨ ਦੇ ਨਾਲ ਇਨਸਾਨ ਦਾ ਇਸ ਜਨਮ ਤੋਂ ਮਗਰੋਂ ਮਿਲਣ ਵਾਲਾ ਜੋ ਜਨਮ ਹੈ ਉਹ ਬਿਹਤਰ ਹੋ ਜਾਵੇ, ਜਾਂ ਇਸ ਮਨੁੱਖਾ ਜੀਵਨ ਦੇ ਅੰਤ ਤੋਂ ਬਾਅਦ ਇਨਸਾਨ ਨੂੰ ਸਵਰਗ ਮਿਲ ਜਾਵੇ ਤੇ ਨਰਕ ਤੋਂ ਉਹਦਾ ਬਚਾਅ ਹੋ ਜਾਵੇ।
ਉਹ ਸਨਾਤਨ ਮਤ ਦੇ ਧਰਮ ਗ੍ਰੰਥਾਂ ਦੇ ਵਿੱਚ ਕਈ ਇੱਕ ਐਸੇ ਕਰਮ ਮਿੱਥੇ ਗਏ ਹਨ ਜਿਨ੍ਹਾਂ ਨੂੰ ਕਰਨ ਦਾ ਮਕਸਦ ਹੁੰਦਾ ਹੈ ਕਿ ਇਨਸਾਨ ਨੂੰ ਮਰਨ ਤੋਂ ਬਾਅਦ ਸਵਰਗ ਦੀ ਪ੍ਰਾਪਤੀ ਹੋਵੇ, ਨਰਕ ਤੋਂ ਉਹਦਾ ਬਚਾਅ ਹੋ ਜਾਏ, ਜਾਂ ਜੇ ਉਸ ਦਾ ਦੂਜਾ ਵੀ ਜਨਮ ਕੋਈ ਹੋਵੇ ਤਾਂ ਉਹ ਜਨਮ ਕੋਈ ਚੰਗਾ ਜਨਮ ਹੋਵੇ, ਉਹਦੇ ਬਿਹਤਰ ਜਨਮ ਮਿਲ ਜਾਵੇ। ਤੋ ਇਹ ਐਸੇ ਕਰਮਾਂ ਨੂੰ ਜਿਹੜੇ ਕਿਸੇ ਖਾਸ ਮਨੋਰਥ ਨੂੰ ਮਨ ਵਿੱਚ ਰੱਖ ਕੇ ਕਿਸੇ ਆਉਣ ਵਾਲੇ ਅਗਲੇ ਜਨਮ ਦੀ ਖਾਤਰ ਜਾਂ ਇਸ ਮਨੁੱਖਾ ਜੀਵਨ ਦੀ ਸਮਾਪਤੀ ਤੋਂ ਬਾਅਦ ਕਿਸੇ ਸਵਰਗ ਦੀ ਜਾਂ ਬੈਕੁੰਠ ਦੀ ਜਾਂ ਬਹਿਸ਼ਤ ਦੀ ਆਸ਼ਾ ਮਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ। ਉਹਨਾਂ ਕਰਮਾਂ ਨੂੰ ਗੁਰਮਤਿ ਦੇ ਅੰਦਰ ਕਰਮ ਕਾਂਡ ਦੀ ਸੰਗਿਆ ਦਿੱਤੀ ਗਈ ਹੈ ਕਿ ਜਦੋਂ ਕਰਮ ਧਰਮ ਦੇ ਦੋਨੋਂ ਲਫ਼ਜ਼ ਇਕੱਠੇ ਵਰਤੇ ਜਾਂਦੇ ਹਨ ਤਾਂ ਉਹਦਾ ਇਸ਼ਾਰਾ ਕਰਮ ਕਾਂਡਾਂ ਵੱਲ, ਇਹਨਾਂ ਕਰਮਾਂ ਵੱਲ ਹੁੰਦਾ ਹੈ ਜਿਹੜੇ ਕਿਸੇ ਫਲ ਪ੍ਰਾਪਤੀ ਦੀ ਇੱਛਾ ਦੇ ਨਾਲ ਕੀਤੇ ਜਾਂਦੇ ਹਨ। ਤੇ ਐਸੇ ਕਰਮਾਂ ਨੂੰ ਗੁਰੂ ਸਾਹਿਬ ਨੇ ਨਾਮ ਦੇ ਮੁਕਾਬਲੇ, ਪ੍ਰਭੂ ਦੀ ਸਿਫਤ ਸਲਾਹ ਦੇ ਮੁਕਾਬਲੇ, ਪ੍ਰਭੂ ਨਾਲ ਪਿਆਰ ਪਾਉਣ ਦੇ ਮੁਕਾਬਲੇ ਤੇ ਬਹੁਤ ਹੀ ਨੀਵੇਂ ਦਰਜੇ ਦੇ ਕਰਮਾਂ ਕਰਕੇ ਮਿਥਿਆ ਹੈ, ਸਿੱਧ ਕੀਤਾ ਹੈ। ਇਸ ਸ਼ਲੋਕ ਦੇ ਅੰਦਰ ਵੀ ਗੁਰੂ ਸਾਹਿਬ ਕਹਿ ਰਹੇ ਹਨ ਕਿ ਕਰਮ ਧਰਮ ਸਭ ਬੰਧਨ, ਆਪ ਪੁੰਨ ਸੰਬੰਧ। ਇਹ ਜਿਹੜੇ ਧਾਰਮਿਕ ਕਰਮ ਕਾਂਡ ਹਨ ਜਿਨ੍ਹਾਂ ਦੇ ਪਿੱਛੇ ਭਾਵਨਾ ਕਿਸੇ ਸਵਰਗ ਦੀ ਫਲ ਪ੍ਰਾਪਤੀ ਦੀ ਹੁੰਦੀ ਹੈ, ਕਿਸੇ ਬਿਹਤਰ ਮਨੁੱਖਾ ਜਨਮ, ਨਵੇਂ ਜਨਮ ਦੀ ਆਸ ਹੁੰਦੀ ਹੈ, ਇਹ ਸਾਰੇ ਬੰਧਨ ਰੂਪ ਹਨ। ਇਨਸਾਨ ਨੂੰ ਮਨ ਦੀਆਂ ਕਾਮਨਾਵਾਂ ਦੇ ਨਾਲ ਜੋੜਦੇ ਹਨ। ਫਿਰ ਇਹਨਾਂ ਸਨਾਤਨ ਧਰਮ ਦੇ ਗ੍ਰੰਥਾਂ ਦੇ ਵਿੱਚ ਕੁਝ ਕਰਮਾਂ ਨੂੰ ਪਾਪ ਤੇ ਕੁਝ ਕਰਮਾਂ ਨੂੰ ਪੁੰਨ ਦੀ ਕੈਟੇਗਰੀ ਦੇ ਵਿੱਚ ਵੰਡਿਆ ਗਿਆ ਹੈ। ਕਈ ਕਰਮ ਐਸੇ ਹਨ ਜਿਨ੍ਹਾਂ ਨੂੰ ਕਰਨ ਦੇ ਨਾਲ ਮਨੁੱਖ ਨੂੰ ਪਾਪ ਕਰਮ ਕਰਨ ਦੀ ਜਿਹੜੀ ਹੈ ਉਹ ਉਹਦਾ ਦੇ ਫਲ ਮਿਲਦੇ ਹਨ ਜਿਹੜੇ ਕਿ ਮਾੜੇ ਹੁੰਦੇ ਹਨ। ਕੁਝ ਇੱਕ ਕਰਮਾਂ ਦੇ ਫਲ ਚੰਗੇ ਹੁੰਦੇ ਹਨ ਜਿਨ੍ਹਾਂ ਨੂੰ ਪੁੰਨ ਦੀ ਕੈਟੇਗਰੀ ਦੇ ਵਿੱਚ ਰੱਖਿਆ ਗਿਆ ਹੈ। ਆਮ ਤੌਰ ਤੇ ਉੱਥੇ ਇਹ ਗੱਲ ਸਮਝਾਈ ਜਾਂਦੀ ਹੈ ਕਿ ਪਾਪ ਕਰਮ ਕਰਨ ਦਾ ਫਲ ਨਰਕ ਹੋਏਗਾ, ਪੁੰਨ ਕਰਮ ਕਰਨ ਦਾ ਫਲ ਸਵਰਗ ਹੋਏਗਾ। ਇਸ ਤਰੀਕੇ ਦੇ ਨਾਲ ਕੁਝ ਕੰਮਾਂ ਦੀ ਜੋ ਵੰਡ ਕੀਤੀ ਜਾਂਦੀ ਹੈ ਤੇ ਫਲਾਣੇ ਕੰਮ ਜਿਹੜੇ ਨੇ ਉਹ ਪੁੰਨ ਕਰਮ ਨੇ, ਫਲਾਣੇ ਕੰਮ ਜਿਹੜੇ ਨੇ ਉਹ ਪਾਪ ਕਰਮ ਨੇ। ਐਸੇ ਕੋਈ ਕਰਮ ਵੀ ਹੁੰਦੇ ਹਨ ਜਿਹੜੇ ਆਮ ਤੌਰ ਦੇ ਉੱਤੇ ਇਨਸਾਨੀਅਤ ਦੇ ਭਲੇ ਵਾਸਤੇ ਹੁੰਦੇ ਹਨ, ਜਿਵੇਂ ਕਿਸੇ ਲੋੜਵੰਦ ਦੀ ਮਦਦ ਕਰਨੀ, ਕਿਸੇ ਗਰੀਬ ਨੂੰ ਕੁਝ ਅੰਨ ਵਸਤਰ ਆਦਿ ਦੀ ਸਹਾਇਤਾ ਕਰ ਦੇਣੀ, ਕਿਸੇ ਲੋੜਵੰਦ ਨੂੰ ਕਿਸੇ ਮੁਸੀਬਤ ਵਿੱਚ ਫਸੇ ਹੋਏ ਨਾਲ ਦੀ ਸਹਾਇਤਾ ਕਰਨੀ। ਉਹ ਇਹ ਕੰਮ ਚੰਗੇ ਵੀ ਹਨ, ਮਨੁੱਖਤਾ ਦੇ ਭਲੇ ਵਾਸਤੇ ਹਨ। ਇਹਨਾਂ ਕੰਮਾਂ ਨੂੰ ਵੀ ਪੁੰਨ ਕਰਮ ਦੀ ਕੈਟੇਗਰੀ ਵਿੱਚ ਪਾਇਆ ਜਾਂਦਾ ਹੈ। ਜ਼ਰੂਰੀ ਨਹੀਂ ਹੈ ਕਿ ਸਾਰੇ ਪੁੰਨ ਕਰਮ ਜਿਹੜੇ ਹਨ ਉਹ ਇਸ ਤਰੀਕੇ ਦੇ ਮਨੁੱਖਤਾ ਦੇ ਭਲੇ ਵਾਸਤੇ ਹੋਣ। ਕਈ ਇੱਕ ਕਰਮ ਐਸੇ ਹਨ ਜਿਸ ਤਰ੍ਹਾਂ ਕਿ ਕੁਝ ਇੱਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਨੀ, ਉਹਨਾਂ ਦੇ ਅੱਗੇ ਚੜਾਵੇ ਚੜਾਣੇ, ਜਾਂ ਇੱਕ ਖਾਸ ਵਰਗ ਦੇ ਲੋਕਾਂ ਨੂੰ ਜਿਹੜੇ ਕਿ ਬ੍ਰਾਹਮਣ ਮਤ ਦੇ ਅਨੁਸਾਰ, ਸਨਾਤਨ ਮਤ ਦੇ ਅਨੁਸਾਰ ਬ੍ਰਾਹਮਣ ਦੀ ਕੁਲ ਦੇ ਵਿੱਚ ਜਨਮ ਲੈਂਦੇ ਹਨ, ਉਹਨਾਂ ਲੋਕਾਂ ਨੂੰ ਆਮ ਇਨਸਾਨਾਂ ਨਾਲੋਂ ਬਿਹਤਰ ਇਨਸਾਨ ਮੰਨ ਕੇ, ਦੂਜਿਆਂ ਨਾਲੋਂ ਉੱਚੇ ਦਰਜੇ ਦਾ ਇਨਸਾਨ ਮੰਨ ਕੇ, ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਇਨਸਾਨਾਂ ਤੋਂ ਉੱਚੀ ਪਦਵੀ ਦੇ ਕੇ ਬ੍ਰਾਹਮਣ ਦੇਵਤਾ ਆਖ ਕੇ ਉਹਨਾਂ ਨੂੰ ਦਾਨ ਪੁੰਨ ਕਰਨ ਨੂੰ ਵੀ ਪੁੰਨ ਕਰਨ ਦੀ ਕੈਟੇਗਰੀ ਵਿੱਚ ਪਾਇਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਹੀ ਕਈ ਪੁਸਤਕਾਂ ਦੇ ਅੰਦਰ ਜੇ ਕੋਈ ਸੋ ਕਾਲਡ ਨੀਵੀਂ ਜਾਤ ਦਾ ਮਨੁੱਖ, ਜਿਹੜੇ ਉਹਨਾਂ ਦੀ ਵਰਨ ਵੰਡ ਦੇ ਮੁਤਾਬਕ ਸ਼ੂਦਰਾਂ ਦੇ ਘਰ ਵਿੱਚ ਪੈਦਾ ਹੁੰਦਾ ਹੈ, ਕਿ ਉਹ ਸ਼ੂਦਰ ਬੰਦਾ ਧਾਰਮਿਕ ਪੁਸਤਕਾਂ ਨੂੰ ਪੜ੍ਹ ਲਵੇ ਜਾਂ ਵੇਦ ਮੰਤਰਾਂ ਨੂੰ ਸੁਣ ਲਵੇ ਤਾਂ ਉਹ ਵੀ ਪਾਪ ਦਾ ਭਾਗੀ ਹੈ। ਉਹਨਾਂ ਦੇ ਪੁਸਤਕਾਂ ਦੇ ਮੁਤਾਬਕ ਐਸੇ ਇਨਸਾਨ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ ਹੈ। ਜੇ ਕੋਈ
ਨੀਵੀਂ ਜਾਤ ਦਾ ਮਨੁੱਖ ਵੇਦ ਮੰਤਰਾਂ ਦਾ ਉਚਾਰਨ ਕਰੇ, ਉਹਦੀ ਜ਼ਬਾਨ ਕੱਟ ਦੇਣੀ ਚਾਹੀਦੀ। ਇਸ ਤਰ੍ਹਾਂ ਦੇ ਵੀ ਬੋਲ ਉਹਨਾਂ ਦੇ ਧਰਮ ਪੁਸਤਕਾਂ ਵਿੱਚ ਲਿਖੇ ਮਿਲਦੇ ਹਨ। तो पाप पुण्य जरूरी नहीं है कि सारे ਜਿਹੜੇ ਜਿਨ੍ਹਾਂ ਉਹਨਾਂ ਦੀ ਡੈਫੀਨੇਸ਼ਨ ਹੈ ਉਹ ਪਾਪ ਕਰਮ ਉਹ ਨੇ ਜਿਹੜੇ ਮਨੁੱਖਤਾ ਦੇ ਵਿਰੁੱਧ ਨੇ, ਜਾਂ ਜਿਹੜੇ ਪੁੰਨ ਕਰਮ ਨੇ ਉਹ ਮਨੁੱਖਤਾ ਦੇ ਭਲੇ ਵਾਸਤੇ ਹਨ। ਕਈ ਐਸੇ ਕਰਮਾਂ ਨੂੰ ਵੀ ਪੁੰਨ ਕਰਮ ਦੀ ਕੈਟੇਗਰੀ 'ਚ ਪਾਇਆ ਗਿਆ ਹੈ ਜਿਹੜੇ ਉਡਲੀ ਐਕਸਪਲੋਇਟੇਸ਼ਨ ਦਾ ਕੰਮ ਕਰਦੇ ਹਨ। ਨੀਵੀਆਂ ਜਾਤਾਂ ਨੂੰ ਵੱਡੀਆਂ ਜਾਤਾਂ ਵਾਲਿਆਂ ਦੀ ਸੇਵਾ ਕਰਨ ਵਾਸਤੇ ਪ੍ਰੇਰਨਾ, ਉਹਨਾਂ ਦੇ ਅਧੀਨ ਰਹਿ ਕੇ ਚੱਲਣਾ, ਇਹਨਾਂ ਨੂੰ ਵੀ ਪੁੰਨ ਕਰਮ ਦੀ ਕੈਟੇਗਰੀ 'ਚ ਪਾਇਆ ਗਿਆ ਹੈ। ਤੇ ਇਸ ਤਰੀਕੇ ਦੇ ਨਾਲ ਜਿਹੜਾ ਨੀਵੀਂ ਜਾਤ ਵਾਲਿਆਂ ਨੂੰ ਧਰਮ ਕਰਮ ਕਰਨ ਤੋਂ ਰੋਕਣਾ, ਇਹਨਾਂ ਨੂੰ ਇੱਕ ਧਰਮ ਦੀ ਕੈਟੇਗਰੀ ਵਿੱਚ ਪਾ ਕੇ ਕਿ ਜੇ ਉਹ ਧਰਮ ਦਾ ਕਰਮ ਕਰ ਲੈਂਦੇ ਉਹਨਾਂ ਵਾਸਤੇ ਮਨੋਂ ਉਹ ਪਾਪ ਹੋ ਜਾਂਦਾ ਹੈ। ਇਸ ਤਰੀਕੇ ਦੀ ਵੰਡ ਵੀ ਕੀਤੀ ਗਈ ਹੈ। ਤਾਂ ਗੁਰੂ ਸਾਹਿਬ ਨੇ ਐਸੀ ਪਾਪ ਪੁੰਨ ਦੀ ਜਿਹੜੀ ਵੰਡ ਹੈ ਉਸਨੂੰ ਵੀ ਸਵੀਕਾਰ ਨਹੀਂ ਕੀਤਾ, ਅਤੇ ਜਿਹੜੇ ਫਾਲਤੂ ਦੇ ਕਰਮ ਕਾਂਡ ਹਨ ਜਿਨ੍ਹਾਂ ਤੋਂ ਇਨਸਾਨੀਅਤ ਨੂੰ ਕੋਈ ਲਾਭ ਨਹੀਂ ਹੈ, ਜਿਨ੍ਹਾਂ ਦੇ ਨਾਲ ਇਨਸਾਨ ਦਾ ਤੇ ਪ੍ਰਮਾਤਮਾ ਦਾ ਸੰਬੰਧ ਜੋ ਪਿਆਰ ਦਾ ਰਿਸ਼ਤਾ ਹੈ ਉਹਦੇ ਵਿੱਚ ਕੋਈ ਸਹਾਇਤਾ ਨਹੀਂ ਮਿਲਦੀ, ਐਸੇ ਕਰਮਾਂ ਨੂੰ ਕੇਵਲ ਇੱਕ ਬੰਧਨ ਦੇ ਰੂਪ ਵਿੱਚ ਮੰਨਿਆ ਹੈ। ਉਹੀ ਗੱਲ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਅਮਰਦਾਸ ਜੀ ਸਮਝਾ ਰਹੇ ਹਨ, ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ। ਕਰਮ ਕਾਂਡ ਦੇ ਜਿਹੜੇ ਕਰਮ ਧਰਮ ਨੇ ਇਹ ਸਾਰੇ ਬੰਧਨ ਰੂਪ ਹਨ, ਤੇ ਜਿਹੜੇ ਕਹੇ ਜਾਂਦੇ ਪਾਪ ਅਤੇ ਪੁੰਨ ਦੇ ਕਰਮ ਹਨ ਉਹ ਵੀ ਕੇਵਲ ਸੰਸਾਰਕ ਮਾਇਆ ਦੇ ਪ੍ਰਭਾਵ ਦੇ ਅਧੀਨ ਕੀਤੀ ਗਈ ਵੰਡ ਹਨ, ਅਤੇ ਸੰਸਾਰ ਦੇ ਨਾਲ ਸੰਬੰਧ ਬਣਾਉਣ ਦਾ ਹੀ ਇੱਕ ਢੰਗ ਹਨ। ਇਨਸਾਨ ਨੂੰ ਇਹਨਾਂ ਕਹੇ ਜਾਂਦੇ ਪਾਪ ਤੇ ਪੁੰਨ ਕਰਮਾਂ ਦੀ ਵੰਡ ਦੇ ਵਿੱਚ ਫਸਾ ਕੇ ਇਹ ਅਸਲ ਵਿੱਚ ਇੱਕ ਖਾਸ ਧਾਰਮਿਕ ਜਮਾਤ ਬ੍ਰਾਹਮਣ ਸਮਾਜ ਨੂੰ ਉਚੇਰੇ ਉੱਚੀ ਪਦਵੀ ਤੇ ਸਥਾਪਿਤ ਕਰਨ ਦਾ ਹੀ ਇੱਕ ਤਰੀਕਾ ਹੈ, ਤੇ ਬਾਕੀ ਦੀਆਂ ਜਿਹੜੀਆਂ ਵਰਨ ਵੰਡ ਦੇ ਵਿੱਚ ਆਈਆਂ ਨੀਵੀਆਂ ਜਾਤਾਂ ਹਨ ਉਹਨਾਂ ਨੂੰ ਐਕਸਪਲੋਇਟ ਕਰਨ ਦਾ ਹੀ ਕੰਮ ਹੈ। ਗੁਰੂ ਸਾਹਿਬ ਨੇ ਇਹਨਾਂ ਨੂੰ ਕੇਵਲ ਬੰਧਨ ਦੇ ਰੂਪ ਦੇ ਵਿੱਚ ਹੀ ਬਿਆਨ ਕੀਤਾ ਹੈ ਕਿ ਕਰਮ ਧਰਮ ਸਭ ਬੰਧਨ ਪਾਪ ਪੁੰਨ ਸੰਬੰਧ। ਇਹਨਾਂ ਕਰਮ ਧਰਮ ਧਾਰਮਿਕ ਕਰਮ ਕਾਂਡਾਂ ਤੇ ਕਹੇ ਜਾਂਦੇ ਪਾਪ ਤੇ ਪੁੰਨ ਦੇ ਕਰਮਾਂ ਦੇ ਨਾਲ ਕੇਵਲ ਸੰਸਾਰਿਕ ਸੰਬੰਧ ਹੀ ਬਣਦੇ ਹਨ, ਜਿਨ੍ਹਾਂ ਦੇ ਵਿੱਚ ਉੱਚੀ ਨੀਵੀਂ ਜਾਤ ਦੀਆਂ ਵਰਨ ਵੰਡ ਦੀਆਂ ਵੰਡੀਆਂ ਵੀ ਪਈਆਂ ਹੋਈਆਂ ਹਨ। ਤੇ ਕਈ ਇਨਸਾਨਾਂ ਨੂੰ ਜਿਨ੍ਹਾਂ ਦੇ ਉੱਤੇ ਵਧੀਕੀਆਂ ਕਰਕੇ ਜ਼ੁਲਮ ਵੀ ਕੀਤੇ ਜਾਂਦੇ ਹਨ, ਤੇ ਕਈਆਂ ਨੂੰ ਸਿਰਫ ਐਸ਼ ਪ੍ਰਸਤੀ ਦਾ ਮੌਕਾ ਹੀ ਦਿੱਤਾ ਜਾਂਦਾ ਹੈ। ਇਹਨਾਂ ਨੂੰ ਗੁਰੂ ਸਾਹਿਬ ਨੇ ਕੇਵਲ ਬੰਧਨ ਰੂਪ ਕਰਕੇ ਹੀ ਬਿਆਨ ਕੀਤਾ ਹੈ। ਇਸੇ ਤਰ੍ਹਾਂ ਹੀ ਅਗਲੀ ਪੰਕਤੀ 'ਚ ਕਹਿੰਦੇ ਹਨ ਕਿ ਮਮਤਾ ਮੋਹ ਸੁਬੰਧਨਾ ਪੁੱਤਰ ਕਲਤਰ ਸੁਤੰਦ। ਦੁਨੀਆਦਾਰੀ ਇਨਸਾਨ ਆਮ ਤੌਰ ਦੇ ਉੱਤੇ ਪ੍ਰਭੂ ਵੱਲੋਂ ਮਿਲੀਆਂ ਦਾਤਾਂ ਦੇ ਨਾਲ ਮੋਹ ਪਾ ਲੈਂਦਾ ਹੈ, ਉਹਨਾਂ ਦੇ ਨਾਲ ਅਟੈਚ ਹੋ ਜਾਂਦਾ ਹੈ। ਪ੍ਰਭੂ ਵੱਲੋਂ ਇਨਸਾਨ ਨੂੰ ਸਰੀਰ ਮਿਲਦਾ ਹੈ, ਜੀਵਨ ਦੇ ਸਵਾਸ ਮਿਲਦੇ ਹਨ, ਤੇ ਉਹਦਾ ਆਪਣੇ ਸਰੀਰ ਦੇ ਨਾਲ ਵੀ ਮੋਹ ਪੈ ਜਾਂਦਾ ਹੈ। ਉਹਨੂੰ ਜਿਸ ਪਰਿਵਾਰ ਵਿੱਚੋਂ ਜਨਮ ਲੈਂਦਾ ਹੈ, ਮਾਤਾ ਪਿਤਾ ਭੈਣ ਭਰਾ ਹੋਰ ਸਾਕ ਸੰਬੰਧੀ, ਇਹ ਰਿਸ਼ਤੇ ਵੀ ਪ੍ਰਭੂ ਵੱਲੋਂ ਦਾਤ ਹੀ ਮਿਲਦੀ ਹੈ। ਪਰ ਇਨਸਾਨ ਇਹਨਾਂ ਨਾਲ ਵੀ ਮੋਹ ਪਾ ਲੈਂਦਾ ਹੈ ਤੇ ਇਹਨਾਂ ਤੋਂ ਵੱਖ ਨਹੀਂ ਹੋਣਾ ਚਾਹੁੰਦਾ, ਦੂਰ ਨਹੀਂ ਹੋਣਾ ਚਾਹੁੰਦਾ। ਤੋ ਸਮਾਜ ਦੇ ਵਿੱਚ ਜੀਵਨ ਜਿਉਂਦਿਆਂ ਹੋਇਆਂ ਸਮਾਜਿਕ ਰਿਸ਼ਤੇ ਜਿਹੜੇ ਹਨ ਉਹ ਵਰਤੋਂ ਵਿਹਾਰ ਵਿੱਚ ਕੰਮ ਆਉਂਦੇ ਹਨ, ਜ਼ਰੂਰੀ ਵੀ ਹਨ, ਪਰ ਉਹਨਾਂ ਦੇ ਨਾਲ ਅਟੈਚ ਹੋ ਜਾਣਾ, ਸਭ ਕੁਝ ਉਹਨਾਂ ਰਿਸ਼ਤਿਆਂ ਨੂੰ ਹੀ ਸਮਝ ਲੈਣਾ, ਤੇ ਜਿਸ ਦਾਤੇ ਵੱਲੋਂ ਇਹ ਦਾਤਾਂ ਮਿਲੀਆਂ ਹਨ ਉਸ ਨੂੰ ਭੁਲਾ ਦੇਣਾ, ਇਹ ਚੀਜ਼ਾਂ ਵੀ ਆਪਣੇ ਆਪ ਵਿੱਚ ਬੰਧਨ ਵਿੱਚ ਪਾਉਣ ਵਾਲੀਆਂ ਤੇ ਇਨਸਾਨ ਨੂੰ ਪੁਰਾਏ ਪਾਉਣ ਵਾਲੀਆਂ ਹਨ। तो इसलिए गुरु साहब ने फरमाया है कि ममता मोह सुबंधना पुत्र कलतर सुतंद। ते पुत्र इस्त्री दा प्यार ते मैं मेरी दे मोह दे जिहड़े बंधन हैं, ये भी ऐसे बंधन हैं जिहड़े जंजाल दा रूप धारण कर लेंदे हैं ते इंसान नूं फसा लेंदे हैं।
ਉਤਰ ਕਲਤਰ ਸੋ ਤੰਦ, ਇਹ ਵੀ ਜਿਹੜੇ ਹਨ ਫਿਰ ਕਸ਼ਟ ਦਾ, ਦੁੱਖ ਦਾ ਕਾਰਨ ਬਣਦੇ ਹਨ। ਕਿਉਂਕਿ ਇਹ ਸਾਰੇ ਰਿਸ਼ਤੇ, ਇਹ ਸਾਰੇ ਸੰਬੰਧ ਹੁੰਦੇ ਤਾਂ ਥੋੜ੍ਹੇ ਚਿਰੇ ਹਨ, ਇਹ ਪਰਮਾਨੈਂਟ ਨਹੀਂ ਹੁੰਦੇ। ਤੇ ਫਿਰ ਜਦੋਂ ਇਹਨਾਂ ਦੇ ਵਿੱਚ ਵਿਛੋੜਾ ਪੈਂਦਾ ਹੈ ਤਾਂ ਇਨਸਾਨ ਦੁਖੀ ਹੁੰਦਾ ਹੈ। ਇਸ ਲਈ ਜੋ ਇਹਨਾਂ ਦੀ ਅਸਲੀਅਤ ਹੈ ਉਸ ਤੋਂ ਵਾਕਫ ਹੋਣਾ ਚਾਹੀਦਾ ਹੈ। ਉਸ ਤੋਂ ਜਾਣੂ ਕਰਾਉਣ ਵਾਸਤੇ ਹੀ ਗੁਰੂ ਸਾਹਿਬ ਚੇਤਾਵਨੀ ਰੂਪ ਵਿੱਚ ਇਹ ਕਹਿੰਦੇ ਹਨ ਕਿ ਇਹਨਾਂ ਦੇ ਵਿੱਚ ਖਚਤ ਹੋ ਜਾਣਾ, ਇਹਨਾਂ ਦੇ ਨਾਲ ਮੋਹ ਪਾ ਲੈਣਾ ਵੀ ਦੁੱਖ ਦਾ ਕਾਰਨ ਬਣਦਾ ਹੈ। तो इसीलिए अगली पंक्ति फिर इस गल होर स्पष्ट करते हैं कि जा देखा ता जेवरी माया का संबंध। तो मैं कहते गुरु साहब कहते हैं कि मैं जिधर वेखदा हाँ उधर ही माया दे मोह रूपी जेवरी, जेवरी का भाव हुंदा है बंधन वाली रस्सी या जंजीर, जिस जंजीर के विच इंसान बज जाता है। तो माया का मोह जिहड़ा है वो एक जंजीर की न्याई है जिहड़ी इंसान नूं बन देंदी है कि मोह माया के चक्कर दे विच, इन्हां रिश्तियां दे विच, मायक पदार्थां दे विच जिहड़े शरीर की पालना दियां जरूरतां हन, उन्हां जरूरतां दे नाल भी इंसान जिहड़ा है वो मोह का रिश्ता बना लैंदा है। तो उन्हां नूं जरूरत तो वध भी इकट्ठा करन दे आहर विच लग जांदा है। ये माया के प्रभाव के अधीन ही इंसान अपने जरूरत तो ज्यादा धन पदार्थ इकट्ठा करने के आहर दे विच लग जाता है। तो जिस मकसद करके मनुखा जीवन मिलिया है, माया के मोह दे विच फस के इंसान उस मकसद नूं, उस मनोरथ नूं भुला दिंदा है। जिहड़े प्रभु दे नाल प्यार पाने वाले जो उद्यम हैं उस तो वो भुल जाता है कि उसका सारा जो फोकस है, ध्यान है, वो मायक रसां नूं मानण वाले पासे ही हो जाता है। तो इसलिए ये माया जिहड़ी है वो एक बंधन का रूप धारण कर लैंदी है, जिहड़ी इंसान नूं अपने मनोरथ वाल, अपनी मंजिल वाल वधण तो रोक लैंदी है। तो इसलिए इन्हां तिन्नां पंक्तियां दे विच इस माया के बंधनां की गल ही कीती गई है। ਉਹਦੇ ਵਿੱਚ ਧਾਰਮਿਕ ਕਰਮ ਵੀ ਆ ਜਾਂਦੇ ਹਨ। ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ। ਜਿਹੜਾ ਇਨਸਾਨ ਇਹਨਾਂ ਚੱਕਰਾਂ ਵਿੱਚ ਹੀ ਪਿਆ ਰਹਿੰਦਾ ਹੈ, ਇਹ ਫਲਾਣੇ ਕਰਮ ਪਾਪ ਕਰਮ ਹਨ, ਫਲਾਣੇ ਕਰਮ ਪੁੰਨ ਕਰਮ ਹਨ, ਪੁੰਨ ਕਰਾਂਗਾ ਤੇ ਮੈਨੂੰ ਸਵਰਗ ਦੀ ਪ੍ਰਾਪਤੀ ਹੋਏਗੀ। ਉਹ ਇਹਨਾਂ ਚੱਕਰਾਂ ਦੇ ਵਿੱਚੋਂ ਵੀ ਗੁਰੂ ਸਾਹਿਬ ਜਿਹੜਾ ਹੈ ਉਹ ਸਾਨੂੰ ਕੱਢਣਾ ਚਾਹੁੰਦੇ ਹਨ। ਮਮਤਾ ਮੋਹ ਸੁਬੰਧਨਾ ਉਤਰ ਕਲਤਰ ਸੁਤੰਦ। अपने परिवार रिश्तेदारियां संबंधियां आदि के नाल जो मोह का जंजाल पै जाता है, उस तो भी इस पंक्ति गुरु साहब ने सुचेत किया है कि जो माया के पदार्थों का जो पसारा है, जिहदे नाल बंदा अटैच हो जाता है, जिहदे मोह च फस जाता है, उसनों बयान करते हुए कहते हैं कि जय देखा तै जेवरी माया का संबंध। तो ये माया का जो प्रभाव है ये सर्वव्यापक है, सब जीवों के उत्ते है। आम दुनियादार इंसान जिहड़ा प्रभु दे नाल प्यार नहीं पांदा, वो माया दे नाल ही प्यार पाई रखता है। आखिरी पंक्ति में फिर सिद्धांत की गल दृढ़ करवाते हैं कि नानक सच्चे नाम बिन वर्तन वरतै अंध। अंध लफज जिहड़ा है तद्दे नूं औंकड़ दे नाल आया है, एक वचन पुलिंग नाउन है जो इंसान दे वास्ते, दुनियादार इंसान वास्ते वरत्या गया है कि अन्ना मनुख सच्चे नाम तो बिना, गुरु के ज्ञान तो बिना, जिहड़ा गुरु के ज्ञान तो न्यूना है, जिन्हों गुरु के ज्ञान का चानन नहीं मिलिया, वो अज्ञानता के अंधेरे विच है। इस करके लफज अंध वरत्या गया है। सच्चे नाम तो बिना, ये गुरु के ज्ञान तो विहूणा अन्ना मनुख माया के वर्तन के जंजाल के विच ही वरतदा रहिंदा है। भाव उहदा सारा जीवन माया के जंजाल के विच ही बतीत हो जाता है। नानक सच्चे नाम बिन वर्तन वरतै अंध। वर्तन वरतै तो भाव की है कि वर्तन वाली जो माया है ਉਹਦੇ ਵਿੱਚ ही वो खचत होया रहता है, उधर ही ਉਹਦਾ सारा ध्यान रहता है। इस गुरु ज्ञान तो भी होने अंधकार विच भटके हुए मनुख ने। तो इस पहले श्लोक ਦੇ ਵਿੱਚ
ਗੁਰੂ ਦੇ ਗਿਆਨ ਤੋਂ ਵਿਹੂਣੇ ਮਨੁੱਖ ਨੂੰ ਅੰਧਾ ਕਰਕੇ ਬਿਆਨ ਕੀਤਾ ਗਿਆ ਹੈ। ਤੇ ਦੂਸਰੇ ਸ਼ਲੋਕ ਦੇ ਵਿੱਚ ਫਿਰ ਹੁਣ ਇਸ ਅੰਨੇ ਮਨੁੱਖ ਦਾ ਅੰਨਾਪਨ ਕਿਵੇਂ ਦੂਰ ਹੋਵੇ, ਉਹਨੂੰ ਗਿਆਨ ਦਾ ਚਾਨਣ ਕਿਵੇਂ ਮਿਲੇ, ਉਹ ਦੂਸਰੇ ਸ਼ਲੋਕ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਇਉਂ ਬਿਆਨ ਕਰਦੇ ਹਨ। ਮਹਿਲਾ ਚੌਥਾ। ਅੰਧੇ ਚਾਨਣ ਤਾਂ ਥੀਐ, ਜਾਂ ਸਤਿਗੁਰ ਮਿਲੈ ਰਜਾਏ। ਬੰਧਨ ਤੋੜੈ ਸੱਚ ਵਸੈ, ਅਗਿਆਨ ਅੰਧੇਰਾ ਜਾਏ। ਸਭ ਕਿਛ ਦੇਖੈ ਤਿਸੈ ਕਾ, ਜਿਨ ਕੀਆ ਤਨ ਸਾਧ। ਨਾਨਕ ਸ਼ਰਨ ਕਰਤਾਰ ਕੀ, ਕਰਤਾ ਰਾਖੈ ਲਾਜ। तो पहली पंक्ति गुरु साहब गल इत्थों ही शुरू करते हैं कि अंधे चानन तां थीए। थीए मतलब हुंदा है, चानन तां हुंदा है अंधे मनुख नूं। चानन की प्राप्ति तां हुंदी है जे ਜਾਂ ਸਤਿਗੁਰ ਮਿਲਿਆ ਰਜ਼ਾਏ, ਜੇ ਪ੍ਰਭੂ ਦੀ ਰਜ਼ਾ ਦੇ ਅਨੁਸਾਰ ਉਹਦਾ ਮਿਲਾਪ ਸਤਿਗੁਰ ਦੇ ਨਾਲ ਹੋ ਜਾਏ। ਇਹ ਗੱਲ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ ਕਰਵਾਈ ਗਈ ਹੈ ਕਿ ਮਨੁੱਖ ਦਾ ਸੱਚੇ ਗੁਰੂ ਦੇ ਨਾਲ ਮਿਲਾਪ ਪ੍ਰਭੂ ਦੀ ਬਖਸ਼ਿਸ਼ ਸਦਕਾ ਹੀ ਹੁੰਦਾ ਹੈ। ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਕਿਰਪਾ ਦੀ ਨਜ਼ਰ ਹੁੰਦੀ ਹੈ, ਉਹਨਾਂ ਦਾ ਹੀ ਸੱਚੇ ਗੁਰੂ ਨਾਲ ਮਿਲਾਪ ਹੁੰਦਾ। तो गुरु नाल मिलाप होएगा तां ही गुरु के ज्ञान का चानन प्राप्त होएगा। वही गल इस पंक्ति के समझाई गई है। अंधे चानन तां थीए, जां सतगुर मिलै रजाए। कि चानन तां होएगा जे सतगुर का मिलाप होएगा। कि मिलाप होना है प्रभु की रजा के अनुसार, वो रजा दे विच ही हो सकता है, प्रभु की रजा तो उलट नहीं हो सकता। जब तक प्रभु की मेहर की नजर ना हो, सच्चे गुरु का मिलाप भी नहीं होता। जिहदा मिलाप हो जाए उन्होंने इस गल तो कॉन्शियस रहना चाहिए, उन्होंने इस गल का एहसास रहना चाहिए है कि यह प्रभु की ही बख्शिश है। फिर जिसदा मिलाप गुरु नाल हो गया तो वो जीवन की तब्दीली आती है कि बंधन तोड़ै सच वसै, अज्ञान अंधेरा जाए। ऐसा इंसान जिन्हों सतगुर का मिलाप हासिल हो जाता है, वो फिर माया के बंधनों को तोड़ लेता है। बंधन तोड़ माया के बंधन, जिन्होंने बंधनों की गल पिछले श्लोक में की गई है। परम धर्म सब बंधना, ममता मोह सुबंधना, जय देखा तै जेवरी। ये सारे तिना पंक्ति बंधना की ही गल की गई है, माया के बंधनों की। तो जिस मनुख का गुरु नाल मिलाप हो जाता है, वो फिर इन्होंने बंधनों को तोड़ लेता है। बंधन तोड़ै सच वसे, सच के चित्ते नूं सिहारी है। सच विच, सच एक अकाल पुरख वास्ते है। ये लफज सच्चे प्रभु जो सदा कायम रहने वाला है, वो वास्ते गुरबाणी च अनेकों बार वरत्या गया है। तो सच के विच वसना भाव प्रभु की याद दे विच वसना, प्रभु के नाम के नाल लीन हो जाए, प्रभु के नाम नूं अपने हिरदे विच टिका लेना, प्रभु के विच वसन वाला ही समझो तरीका है। तो गुरु के मिलाप का सदका इंसान माया के बंधनों को तोड़ लेंदा है, सच्चे हरि दे विच ही लीन हो जाता है, ते ओहदे अंदरों अज्ञानता रूप अंधेरा दूर हो जाता है। अज्ञानता का अंधेरा की हुंदा है? वो ये अंधेरा है कि इंसान उस अंधेरे दे विच माया नूं ही अपने जीवन का मकसद समझ लेंदा है, कि माया के मोह दे विच ही फसिया रहिंदा है। माया के पदार्थों के रस मानन नूं ही जीवन का मकसद समझ लेंदा। ये अज्ञानता का अंधेरा। और गुरु के ज्ञान के राही ये अज्ञानता का अंधेरा भी वो जीवन विचों निकल जाता है, वो माया के बंधन टुट जाते हैं, वो प्रभु के नाम के विच ही लीन हो जाता है। भाव प्रभु का नाम वो हृदय विच टिक जाता है, वो हमेशा प्रभु के नाम नूं ही याद रखता है। तो फिर वो जीवन किस तरह का हो जाता है? सब कुछ देखै तिसै का, जिन किया तन साज। जिस प्रभु ने ये शरीर बना के इंसान नूं पैदा किया, जिन किया तन साज,
जिन्हें तन साज के मनुख ਨੂੰ बनाया है, मनुख की होंद बनाई है। जिन किया, जिनने पैदा किया है तन साज, इस शरीर ਨੂੰ सजा के, शरीर ਨੂੰ बना के, ਇਹ ਸਰੀਰ ਮਨੁੱਖਾ ਸਰੀਰ ਬਣਾ ਕੇ ਜਿਸ ਪ੍ਰਭੂ ਨੇ ਇਸ ਮਨੁੱਖ ਨੂੰ ਜੀਵਨ ਇਨਸਾਨ ਦਾ ਜੀਵਨ ਦਿੱਤਾ ਹੈ, ਤਾਂ ਸਤਿਗੁਰ ਦੇ ਗਿਆਨ ਦਾ ਸਦਕਾ ਉਹ ਮਨੁੱਖ ਫਿਰ ਹੁਣ ਉਸ ਸਭ ਕੁਝ ਨੂੰ ਉਸ ਪ੍ਰਭੂ ਦਾ ਹੀ ਸਮਝਦਾ ਹੈ, ਉਹ ਪ੍ਰਭੂ ਦੀ ਦਾਤ ਹੀ ਸਮਝਦਾ ਹੈ। ਹੁਣ ਉਹ ਇਸ ਭੁਲੇਖੇ ਵਿੱਚ ਨਹੀਂ ਰਹਿੰਦਾ ਕਿ ਮੈਂ ਆਪਣੇ ਯਤਨਾਂ ਦੇ ਨਾਲ, ਆਪਣੀ ਮਿਹਨਤ ਦੇ ਨਾਲ ਕੁਝ ਪ੍ਰਾਪਤ ਕਰਦਾ ਹਾਂ, ਇਹ ਮੇਰੀ ਪ੍ਰਾਪਤੀ ਹੈ। ਹੰਕਾਰ ਵਿੱਚ ਨਹੀਂ ਆਉਂਦਾ, ਉਹ ਸਭ ਕੁਝ ਨੂੰ ਪ੍ਰਭੂ ਦੀ ਦਾਤ ਕਰਕੇ ਹੀ ਜਾਣਦਾ ਹੈ। ਕਿਉਂਕਿ ਜਿਨ੍ਹਾਂ ਸਰੀਰਕ ਤਾਕਤਾਂ ਦੀ ਵਰਤੋਂ ਕਰਕੇ, ਜਿਸ ਮਾਨਸਿਕ ਤਾਕਤ ਦੀ ਵਰਤੋਂ ਕਰਕੇ ਉਹ ਸਰੀਰ ਦੇ ਵਾਸਤੇ ਮਾਇਆ ਦੇ ਪਦਾਰਥ ਇਕੱਠੇ ਕਰਦਾ ਹੈ, ਉਹਨਾਂ ਦੀ ਪ੍ਰਾਪਤੀ ਵੀ ਉਹਨਾਂ ਚੀਜ਼ਾਂ ਕਰਕੇ ਹੁੰਦੀ ਹੈ ਜਿਹੜੀਆਂ ਚੀਜ਼ਾਂ ਉਹਨੂੰ ਪ੍ਰਭੂ ਪਾਸੋਂ ਦਾਤ ਵਿੱਚ ਮਿਲੀਆਂ ਹਨ। ਤੇ ਸਰੀਰ ਵੀ ਪ੍ਰਭੂ ਦੀ ਦਾਤ ਹੈ, ਤੇ ਮਨ ਦੇ ਜੋ ਸੰਕਲਪ ਹਨ, ਵਿਚਾਰ ਹਨ, ਇਹ ਵੀ ਪ੍ਰਭੂ ਦੇ ਦਿੱਤੇ ਹੋਏ ਹਨ, ਜੋ ਮਨ ਦੇ ਵਿੱਚ, ਸਾਡੀ ਬੁੱਧੀ ਦੇ ਵਿੱਚ ਵਿਚਾਰ ਪੈਦਾ ਹੁੰਦੇ ਹਨ, ਉਹ ਵੀ ਪ੍ਰਭੂ ਦੀ ਦਿੱਤੀ ਹੋਈ ਦਾਤ ਦਾ ਸਦਕਾ ਹੀ ਹੈ। ਤੋ ਇਸ ਲਈ ਜਿਸ ਮਨੁੱਖ ਨੂੰ ਗੁਰੂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹ ਸਭ ਕੁਝ ਨੂੰ ਉਸ ਪ੍ਰਭੂ ਦੀ ਦਾਤ ਕਰਕੇ ਹੀ ਜਾਣਦਾ ਹੈ, ਜਿਸ ਪ੍ਰਭੂ ਨੇ ਇਹ ਮਨੁੱਖਾ ਜੀਵਨ ਔਰ ਮਨੁੱਖਾ ਸਰੀਰ ਬਖਸ਼ਿਆ ਹੈ। अंतली पंक्ति गुरु साहब फरमाते हैं, नानक शरण करतार की करता राखै लाज। तो फिर ऐसा मनुख जिसनों गुरु का ज्ञान प्राप्त हो गया है, जिहड़ा उस सिरजनहार नूं ही सब कुछ का दाता मनदा है, वो फिर उस करते पुरख की शरण विच ही पै जांदा है। वो हंकार ना करके अपने आप नूं ओहदे शरण विच पा लैंदा है, अपने आप को समर्पण कर देता है। तो फिर करते का यह बिरध है कि वह शरण आए नूं उहदी पैज रखता है, भाव उसनूं विकारां की मार को, माया के प्रभाव को बचा लैंदा है। तो पहले श्लोक के विच दुनियादार मनुख जो माया के विच ही खचत है, जो कर्म धर्म के बंधनां दे विच है, पाप पुण्य के चक्रां दे विच है, ऐसे मनुख की गल की गई है। ਤੇ ਨਾਲ ਹੀ ਇਹ ਬਿਆਨ ਕੀਤਾ ਗਿਆ ਕਿ ਐਸਾ ਮਨੁੱਖ ਗੁਰੂ ਦੇ ਗਿਆਨ ਤੋਂ ਵੀ ਹੋਣਾ ਮਾਨੋ ਅਗਿਆਨਤਾ ਦੇ ਅੰਧੇਰੇ ਵਿੱਚ ਹੀ ਜੀ ਰਿਹਾ। ਇਸ ਸ਼ਲੋਕ ਦੇ ਅੰਦਰ ਐਸੇ ਅਗਿਆਨੀ ਮਨੁੱਖ ਨੂੰ ਗੁਰੂ ਦੇ ਗਿਆਨ ਦੀ ਪ੍ਰਾਪਤੀ ਦਾ ਵਰਣਨ ਕੀਤਾ ਗਿਆ ਹੈ, ਜੋ ਪ੍ਰਭੂ ਦੀ ਬਖਸ਼ਿਸ਼ ਸਦਕਾ ਪੂਰੇ ਗੁਰੂ ਦੇ ਮਿਲਾਪ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਉਸ ਮਿਲਾਪ ਦਾ ਸਦਕਾ ਇਨਸਾਨ ਮਾਇਆ ਦੇ ਬੰਧਨਾਂ ਨੂੰ ਤੋੜ ਕੇ ਅਤੇ ਪ੍ਰਭੂ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। सब कुछ नूं वो प्रभु की दात वजों जानता है ਅਤੇ ਉਸੇ ਪ੍ਰਭੂ ਦੀ ਹੀ ਸ਼ਰਨ ਵਿੱਚ ਪੈ ਜਾਂਦਾ ਹੈ। ਤੇ ਫਿਰ ਸ਼ਰਨ ਵਿੱਚ ਪਏ ਹੋਏ ਦੀ ਲਾਜ ਪ੍ਰਭੂ ਆਪ ਰੱਖਦਾ ਹੈ, ਆਪ ਉਸ ਨੂੰ ਇਨਸਾਨ ਨੂੰ ਉਹ ਵਿਕਾਰਾਂ ਤੋਂ ਬਚਾ ਲੈਂਦਾ ਹੈ। और ਜਦੋਂ ਆਪੇ ਥਾਟ ਕੀਆ ਵਹਿ ਕਰਤਾ ਹੈ, तदों कुछ न सेवक दिया, तदों क्या को लेवै क्या को देवै, जहाँ अवर न दूजा किया। फिर आपे जगत उपाया करता है, दान सबना को दिया। आपे सेव बनाइयन गुरमुख, आपे अमृत पिया। आप निरंकार आकार है, आपे आपे करे सो थिया। और पिछली पौड़ी भी यही विचार आया सी, इत्थे भी यही गल की गई है कि सब कुछ करण कराने वाला वो प्रभु आप ही है। तो शुरुआत तो गल शुरू की गई है, जदों आपे थाट किया वह करता है। थाट किया मतलब रचना बनाई, रचना रची। जदों प्रभु ने क्रिएशन की, आप जदों सुन्न अवस्था, जदों कुछ भी नहीं सी, उस अवस्था विचों, उस अपूर अवस्था विचों ये सब कुछ का जो सिरजना प्रभु ने कर दी। पीता पसाओ एको कमाओ। जदों प्रभु सुन्न अवस्था विच सी, उदों उस प्रभु तो छुट होर कोई भी नहीं सी, कुछ भी नहीं सी।
ਨਾ ਸਮਾਂ ਸੀ, ਨਾ ਕਾਲ ਸੀ, ਨਾ ਕੋਈ ਇਨਸਾਨ ਸੀ, ਨਾ ਕੋਈ ਪ੍ਰਕਿਰਤੀ ਸੀ, ਕੋਈ ਕਿਸੇ ਵਸਤੂ ਦੀ ਹੋਂਦ ਨਹੀਂ ਸੀ। ਕੇਵਲ ਤੇ ਕੇਵਲ ਉਹ ਪ੍ਰਭੂ ਆਪ ਹੀ ਸੁਨ ਅਵਸਥਾ ਦੇ ਵਿੱਚ ਸੀ। तो फिर अपने आप तो ही उसने ये सारा वर्तारा, ये सारी सृष्टि की रचना की थी। उस समय की गल करदे होए गुरु साहब कहंदे हैं कि जदों आपे थाट किया वह करता है। जदों उस करते ने ये सोच के विचार के अपने आप को ही ये सारी सृष्टि की रचना की थी, तदों उदों फिर ये रचना करन वेले कुछ ना सेवक दिया, ਉਹਨੇ ਰਚਨਾ ਕਿਸੇ ਦੂਜੇ ਸੇਵਕ ਕੋਲੋਂ ਸਲਾਹ ਲੈ ਕੇ ਪੁੱਛ ਕੇ ਨਹੀਂ ਕੀਤੀ। ਕਿਵੇਂ ਪੁੱਛਦਾ, ਜਦ ਹੈ ਹੀ ਨਹੀਂ ਸੀ ਕੋਈ, ਕਿਸੇ ਚੀਜ਼ ਦੀ ਹੋਂਦ ਹੀ ਨਹੀਂ ਸੀ। ਤੋ ਇਸ ਲਈ ਇੱਕ ਅਕਾਲ ਪੁਰਖ ਦੇ ਕਨਸੈਪਟ ਨੂੰ ਇਸ ਤਰੀਕੇ ਦੇ ਨਾਲ ਬਖੂਬੀ ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਜਿਹੜੇ ਤ੍ਰਿਮੂਰਤੀ ਵਾਲੇ ਤਿੰਨ ਦੇਵਤਿਆਂ ਦੀ ਗੱਲ ਹੋਰ ਅਨੇਕਾਂ ਧਰਮਾਂ ਦੇ ਗ੍ਰੰਥਾਂ ਵਿੱਚ ਆਉਂਦੀ ਹੈ कि रचना करने वाला ब्रह्मा, पालना करने वाला विष्णु, नाश करने वाला शिव, तीन ਵੱਖੋ ਵੱਖਰੇ देवते तो ये किसी तरीके ਦੇ ਨਾਲ ਹੋਂਦ ਵਿੱਚ ਆਏ। तो ये सब चीज़ों ਨੂੰ ਛੱਡ ਕੇ ਗੁਰੂ ਸਾਹਿਬ केवल एक अकाल पुरख जो केवल तो केवल अपने आप तो ही उसने सारा पसारा पैदा किया है, जिसका बयान मूल मंत्र ਵਿੱਚ सहभंग आख के किया गया है कि वो प्रभु की होंद अपने आप तो ही है। ਉਸਨੂੰ ਪੈਦਾ ਕਰਨ ਵਾਲਾ ਹੋਰ ਕੋਈ ਨਹੀਂ ਹੈ। ਉਹ ਅਜੂਨੀ ਹੈ ਅਤੇ ਸਹਿਬੰਗ ਹੈ। ਉਹ ਜੂਨਾਂ ਵਿੱਚ ਨਹੀਂ ਆਉਂਦਾ ਅਤੇ ਉਹ ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਹੈ ਕਿ ਇਹ ਸਾਰਾ ਪਸਾਰਾ ਵੀ ਜੋ ਹੈ ਉਹ ਉਸਦੇ ਆਪਣੇ ਆਪ ਤੋਂ ਹੀ ਅੱਗੋਂ ਹੋਂਦ ਵਿੱਚ ਆਇਆ। ਉਸ ਤੋਂ ਐਸੇ ਸਮੇਂ ਜਦੋਂ ਕੇਵਲ ਤੇ ਕੇਵਲ ਉਹ ਆਪ ਹੀ ਸੀ ਤਾਂ ਕਿਸੇ ਦੂਜੇ ਤੋਂ ਪੁੱਛਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਗੱਲ ਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ कि जदों प्रभु ने आप ही ये रचना रची तो उन्हें किसी दूजे पासों की सलाह नहीं लिखी। तदों क्या को लेवै, क्या को देवै, ਜਾਂ ਅਵਰ न दूजा किया। ਉਹ ਇਸ ਗੱਲ ਨੂੰ ਥੋੜਾ ਹੋਰ ਖੋਲ ਕੇ ਬਿਆਨ ਕੀਤਾ ਦੂਸਰੀ ਪੰਕਤੀ ਵਿੱਚ ਕਿ ਜਦੋਂ ਹੋਰ ਕੋਈ ਦੂਜਾ ਅਜੇ ਉਹਨੇ ਪੈਦਾ ਕੀਤਾ ਹੀ ਨਹੀਂ ਸੀਗਾ ਤਾਂ ਫਿਰ ਕਿਸੇ ਪਾਸੋਂ ਉਹਨੇ ਕੀ ਲੈਣਾ ਤੇ ਕਿਸੇ ਨੂੰ ਕੀ ਦੇਣਾ ਸੀਗਾ। ਭਾਵ ਦੇਣ ਲੈਣ ਦਾ ਕੋਈ ਐਕਟੀਵਿਟੀ ਹੋਣ ਵਾਸਤੇ ਤਾਂ ਦੋ ਬੰਦਿਆਂ ਦੀ, ਦੋ ਐਂਟੀਟੀਜ਼ ਦੀ ਹੋਣ ਤਾਂ ਹੋਣੀ ਚਾਹੀਦੀ ਹੈ ਨਾ। ਤੇ ਜਦੋਂ ਕੇਵਲ ਤੇ ਕੇਵਲ ਇੱਕ ਨਿਰੰਕਾਰ ਹੀ ਸੀ, ਆਪ ਹੀ ਸੀ, ਤਾਂ ਉਦੋਂ ਫਿਰ ਕਿਹਦੇ ਕੋਲੋਂ ਕੁਝ ਲੈਣਾ ਤੇ ਕਿਹਨੂੰ ਕੁਝ ਦੇਣਾ। ਭਾਵ ਕੋਈ ਇਸ ਤਰੀਕੇ ਦੀ ਟ੍ਰਾਂਜੈਕਸ਼ਨ, ਕੋਈ ਐਕਟੀਵਿਟੀ ਮੁਮਕਿਨ ਹੀ ਨਹੀਂ ਸੀ। ਇਹ ਉਸ ਅਫੁਰ ਅਵਸਥਾ ਦੀ ਗੱਲ ਗੁਰੂ ਸਾਹਿਬ ਬਿਆਨ ਕਰ ਰਹੇ ਹਨ। ਪਰ ਇਸੇ ਅਫੁਰ ਅਵਸਥਾ ਵਿੱਚੋਂ ਹੀ ਫਿਰ ਪ੍ਰਭੂ ਨੇ ਆਪ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ। ਫਿਰ ਆਪੇ ਜਗਤ ਉਪਾਇਆ करता है, दान सबना को दिया। फिर हरि ने आप ही संसार ਨੂੰ ਆਪਣੇ ਆਪ ਤੋਂ ਪੈਦਾ ਕੀਤਾ ਤੇ ਸਭ ਜੀਵਾਂ ਨੂੰ ਦਾਨ ਦਿੱਤਾ, ਦਾਤਾਂ ਦਿੱਤੀਆਂ, ਰਿਜ਼ਕ ਦਿੱਤਾ ਜਿਹੜਾ ਉਹਨਾਂ ਦੀ ਪ੍ਰਤਪਾਲਨਾ ਵਾਸਤੇ, ਜੀਵਨ ਨੂੰ ਅੱਗੇ ਤੋਰਨ ਵਾਸਤੇ ਸੀ। ਉਹਨਾਂ ਉਹ ਸਾਰੀਆਂ ਦਾਤਾਂ ਪ੍ਰਭੂ ਨੇ ਆਪ ਹੀ ਉਸ ਜੀਵਾਂ ਨੂੰ, ਜਿਨ੍ਹਾਂ ਨੂੰ ਉਹਨੇ ਪੈਦਾ ਕੀਤਾ, ਉਹਨਾਂ ਜੀਵਾਂ ਨੂੰ ਉਸਨੇ ਇਹ ਦਾਨ ਕੀਤਾ। फिर आपे जगत उपाया करता दान सबना को दिया। सब जीवां नूं उन्हें आप ही ये दातां दान वजों दित्तियां। आपे सेव आप आपे सेव बनाईयन गुरमुख आपे अमृत पिया। गुरु दे राही प्रभु ने नाम अमृत की जुगती बना के आप ही उसने इस नाम रूपी अमृत ਨੂੰ ਕੀਤਾ। ਆਪ ਇਹ ਸਭ ਜੀਵਾਂ ਨੂੰ ਉਸ ਪ੍ਰਭੂ ਨੇ ਆਪ ਹੀ ਪੈਦਾ ਕੀਤਾ, ਸਾਰੀਆਂ ਦਾਤਾਂ ਉਸ ਪ੍ਰਭੂ ਨੇ ਦਿੱਤੀਆਂ। ਇਹ ਆਪਣੀ ਜੋਤ ਵੀ ਉਹਨੇ ਸਭ ਜੀਵਾਂ ਦੇ ਅੰਦਰ ਦਿਖਾਈ ਹੋਈ। ਉਸ ਜੋਤ ਰੂਪ ਨੂੰ ਆਪਣੇ ਆਪ ਦੇ ਨਾਲ ਇਕਮਿਕ ਕਰਨ ਦੇ ਵਾਸਤੇ ਜੋ ਨਾਮ ਦੀ ਦਾਤ ਹੈ ਉਹ ਵੀ ਗੁਰੂ ਦੇ ਰਾਹੀਂ ਪ੍ਰਭੂ ਨੇ ਆਪ ਹੀ ਜੀਵਾਂ ਨੂੰ ਬਖਸ਼ਿਸ਼ ਕੀਤੀ। तो गुरु दे राही ये सिमरन दी, ये नाम की जो जुगती है, ये जो ढंग है
ਜੋਤ ਨੂੰ ਪਰਮ ਜੋਤ ਵਿੱਚ ਲੀਨ ਕਰ, ਜੋ ਮਨੁੱਖਾ ਜੀਵਨ ਦਾ ਅਸਲ ਮਕਸਦ ਹੈ। ਇਹਦੇ ਅੰਦਰ ਜੋ ਇਹ ਜੋਤ ਹੈ, ਇਹ ਜੋਤ ਉਸ ਪਰਮ ਜੋਤ ਦੇ ਵਿੱਚ ਇੱਕ ਹੋ ਜਾਵੇ, ਤਾਂ ਉਹ ਜੁਗਤੀ ਜਿਹੜੀ ਹੈ, ਉਹ ਜੁਗਤੀ ਹੈ ਪ੍ਰਭੂ ਦੇ ਨਾਮ ਸਿਮਰਨ ਦੀ। ਉਹ ਜੁਗਤੀ ਵੀ ਪ੍ਰਭੂ ਨੇ ਆਪ ਹੀ ਬਣਾਈ ਕਿ ਜੀਵਾਂ ਦੇ ਅੰਦਰ ਆਪਣੀ ਜੋਤ ਟਿਕਾ ਕੇ ਇਹ ਨਾਮ ਰੂਪ ਅੰਮ੍ਰਿਤ ਵੀ ਉਹਨੇ ਆਪ ਹੀ ਪੀਤਾ, ਭਾਵ ਜੀਵਾਂ ਦੇ ਅੰਦਰ ਆਪ ਹੀ ਟਿਕ ਕੇ ਉਹਨੇ ਆਪਣੇ ਆਪ ਦੇ ਨਾਲ ਇਹ ਸੰਬੰਧ जोड़ लिया। अंतली पंक्ति जी गुरु साहब कहते हैं कि आप निरंकार आकार है आपे, आप निरंकार आकार है आपे, आपे करे सो थिया। कि वो प्रभु आप ही आकार तो रहते हैं, जिवें वो अफुर अवस्था दे विच सी, पर आकार है आपे, पर हुण सरगुण स्वरूप बन के उन्हें सारी सृष्टि की रचना करके अपने आप को ही इस जगत में पैदा करके सब जीवन में पैदा करके आकार रूप ही वो आप ही हो गया है। तो आप ही वो आकार तो रहता है, निरंकार है, ये आकार है आप पे, आप ही वो सरगम स्वरूप होके इस सारी सृष्टि के विच आप वरत रहा है। आपे करे सो थिया, ते उन्होंने सब जीवां दे विच अपनी जोत नूं दिखा के वो सब कुछ आप ही कर रहा है, जो करता है वही कुछ हुंदा है। तो इस पौड़ी के अंदर भी यही गल फीड करवाई गई है कि जगत के विच सारी रचना के विच उस प्रभु की हस्ती है, कायम है, सब विच वरत रहा है, सब जीवां दे विच आप ही वरतारा है। जो कुछ भी है वो जीवां पासों आप ही उन्होंने अंदर मौजूद होकर करवा रहा है, आप ही कर रहा है। जिवें पिछली पौड़ी च आया सीगा कि आप ही संगत नूं सद के बहालदा है, आप ही भोजन बनाता है, आप ही परोसदा है, आपे ही चूड़ियां करांदा है, करदा है, आपे ही गंद विचों कड्ढण वास्ते वो झंगा भी देंदा है, आप ही विदा करदा है। सब कुछ करन कराउण वाला वो आप ही है। तो वही भाव नूं इस पौड़ी के अंदर क्रिएशन की गल नूं लैके उसनूं फिर दृढ़ करवाया गया है कि सब कुछ करन कराउण वाला वो आप है। आप निरंकार आकार है आपके, आपे करे सो थिया, थिया मतलब हुंदा है, जो कुछ वो करता है आप ही करता है, वही कुछ ही हुंदा है। उस प्रभु तो छुट किसी चीज़ की भी कोई होर हस्ती नहीं है, कोई मैं नहीं, कोई तू नहीं, कोई वखरा नहीं। ये जो वखरेवे हैं वो भरम विच फसे हुए मनुखा दे माया दे भरम विच जाल विच फस के भुलेखे दे विच ही इंसान एक इंसान नूं दूजे इंसान तो वखरा, भावें कोई जन्म दे, रंग रूप दे, कोई रेस दे, कोई जात दे, नस्ल दे, कई तरह के वखरेवे इंसानां ने आपस विच पैदा कर लए हैं। पर ये असल विच माया दे भरम दे विच फसे हुए मनुखों के ही कारनामे हैं। असल में एक मनुख, हर मनुख के अंदर उस प्रभु की ही जोत है, उन्होंने किसी तरीके का भी कोई भिन्न भेद नहीं है। सब जीवों में प्रभु आप ही वरत रहा है। पर यह उसका अपना चोज है कि जीवों को पैदा करके जगत में माया का वरतारा भी उसने आप ही पैदा किया है। कि इस माया के भरम जाल विचों, उहदे अंधकार दे विचों निकलण वास्ते पूरे गुरु के ज्ञान की चानन का प्रोविजन भी उस प्रभु ने आप ही किया है। जिन्हों के उत्ते वो बख्शिश करता है उन्हों का मिलाप वो पूरे गुरु के नाल करा दिंदा है। पूरे गुरु तो ज्ञान का चानन हासिल करके वो जीव फिर माया के भरम जाल तो, माया के बंधनों तो छुटकारा हासिल कर लेंदे हैं ते प्रभु के प्यार के नाल जुड़ जाते हैं, प्रभु के विच ही लीन हो जाते हैं, ਉਹਦੀ शरण विच ही पै के ਉਹਦੇ ਨਾਲ ਅਭੇਦ ਹੋ ਜਾਂਦੇ ਹਨ। ਉਹਨਾਂ ਦੀ ਪੈਜ ਪ੍ਰਭੂ ਆਪ ਰੱਖਦਾ ਹੈ। ਇਤਨੇ ਹੀ ਵਿਚਾਰ ਪ੍ਰਵਾਨ ਕਰਨੇ ਵੀ ਹੋਈ ਆਪਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।